Hello everyone, how are you? Are you fine? Good, very good. Today we are to discuss about a special video that is a motivational video, and heading of this is accept yourself. And what is the meaning of accept? ਪ੍ਰਵਾਨ ਕਰਨਾ, ਆਪਣੇ ਆਪ ਨੂੰ ਪ੍ਰਵਾਨ ਕਰੋ। ਇਸ ਦਾ ਮੀਨਿੰਗ ਕੀ ਹੋਇਆ? ਇਸ ਦਾ ਮੀਨਿੰਗ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਹਰੇਕ ਪ੍ਰਾਣੀ, ਹਰੇਕ ਜੀਵ, ਐਵਰੀ ਹਿਊਮਨ ਬੀਇੰਗ ਦੇ ਵਿੱਚ ਆਲਮਾਈਟੀ ਨੇ ਬਹੁਤ ਸਾਰੀਆਂ ਕੁਆਲਿਟੀਜ਼, ਬਹੁਤ ਸਾਰੇ ਟੈਲੈਂਟਸ ਜੋ ਭਰੇ ਹੋਏ ਨੇ, ਪਰੰਤੂ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਜੋ ਟੈਲੈਂਟਸ ਮੌਜੂਦ ਨੇ, ਜੋ ਟ੍ਰੇਟਸ ਮੌਜੂਦ ਨੇ, ਉਹਨਾਂ ਦਾ ਅਸੀਂ ਅੱਛੀ ਤਰ੍ਹਾਂ ਦੇ ਨਾਲ ਆਈਡੈਂਟੀਫਿਕੇਸ਼ਨ, ਐਕਸਪਲੋਰੇਸ਼ਨ ਕਰ ਹੀ ਨਹੀਂ ਪਾਉਂਦੇ, ਤੇ ਸਿੱਟੇ ਵਜੋਂ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਟ੍ਰੇਟਸ ਦਾ, ਉਹਨਾਂ ਟੈਲੈਂਟਸ ਦਾ ਅਸੀਂ ਪੂਰਾ ਫਾਇਦਾ ਹੀ ਉਠਾ ਨਹੀਂ ਪਾਉਂਦੇ। ਹੁਣ ਇਸ ਦੇ ਵਿੱਚ ਤੁਸੀਂ ਇਹ ਜ਼ਰੂਰ ਸਮਝਿਆ ਹੋਵੇਗਾ ਜਾਂ ਜਾਣਦੇ ਹੋਗੇ ਕਿ whatsoever talents and traits are there in you accept those। ਜੋ ਵੀ ਟੈਲੈਂਟ ਤੁਹਾਡੇ ਵਿੱਚ ਹਨ ਉਹਨਾਂ ਨੂੰ ਪ੍ਰਵਾਨ ਕਰੋ, ਉਹਨਾਂ ਦੀ ਖੋਜ ਕਰੋ, and try to make maximum utilization of those talents। ਤੇ ਉਹਨਾਂ ਟੈਲੈਂਟਸ ਦੀ ਵੱਧ ਤੋਂ ਵੱਧ जो है यूटिलाइजेशन, मीनिंग के फायदा उठाओ। फेमस proverb is there, grass is always green on the other side of the fence। ਕਿ ਦੂਜਿਆਂ ਦੀ ਥਾਲੀ ਦੇ ਵਿੱਚ ਲੱਡੂ ਵੱਡਾ ਹੀ ਦਿਖਾਈ ਦਿੰਦਾ ਹੈ। ਇਹ proverb ਤੁਸੀਂ ਜ਼ਰੂਰ ਸੁਣੀ ਹੋਵੇਗੀ, grass is always green on the other side of the fence। ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਇਹ ਹੈ ਕਿ ਅਸੀਂ ਦੂਜਿਆਂ ਦੀਆਂ ਖੂਬੀਆਂ, ਦੂਜਿਆਂ ਦੇ ਟੈਲੈਂਟ, ਦੂਜਿਆਂ ਦੀਆਂ ਪ੍ਰਾਪਤੀਆਂ ਜਾਂ ਪੋਜੈਸਿੰਗ, ਉਹਦੇ ਬਾਰੇ ਤੇ ਅਸੀਂ ਬੜੇ ਅਲਰਟ ਰਹਿੰਦੇ ਹਾਂ, ਸੈਂਸਿਟਿਵ ਰਹਿੰਦੇ ਹਾਂ ਕਿ ਉਹਦੇ ਕੋਲ ਇਹ ਹੈ, ਉਹਦੇ 'ਚ ਇਹ ਕੁਆਲਿਟੀਜ਼ ਨੇ, ਮੇਰੇ ਵਿੱਚ ਹੈ ਨਹੀਂ, ਸਾਡੇ ਵਿੱਚ ਹੈ ਨਹੀਂ। ਇਸ ਤਰ੍ਹਾਂ ਦੀਆਂ ਜਦੋਂ ਅਸੀਂ ਗੱਲਾਂ ਸੋਚਦੇ ਹਾਂ ਤਾਂ ਉਹਦੇ ਨਾਲ ਨੈਗੇਟਿਵਿਟੀ ਦੀ ਭਾਵਨਾ ਜਿਹੜੀ ਹੈਗੀ ਹੈ ਉਹ ਵੱਧਦੀ ਹੈ, ਔਰ ਨੈਗੇਟਿਵਿਟੀ ਤੁਹਾਨੂੰ ਪਤਾ ਹੈ ਕਿ ਦੈਟ ਇਜ਼ ਨਾਟ ਗੁੱਡ ਫਾਰ ਦਾ ਗੁੱਡ ਮੈਂਟਲ ਹੈਲਥ ਆਫ ਦਾ ਹਿਊਮਨ ਬੀਇੰਗ। ਇਸ ਕਰਕੇ ਅੱਜ ਦੇ ਵਕਤ ਦੇ ਵਿੱਚ ਜਦੋਂ ਕਿ ਬਹੁਤ ਹੀ ਸਟ੍ਰੈਸਫੁਲ ਲਾਈਫ ਹੋ ਗਈ ਹੈ ਔਰ ਕੰਪਲੀਕੇਟਡ ਰਿਲੇਸ਼ਨਸ਼ਿਪਸ ਹੋ ਗਏ ਨੇ, ਔਰ ਬੜੀ ਹੀ ਵੱਖਰੀ ਕਿਸਮ ਦੀ ਦੁਨੀਆ ਦੇ ਵਿੱਚ ਜਿੱਥੇ ਕਿ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ ਹੈ, ਉਹਦੇ ਵਿੱਚੋਂ ਦੀ ਅਸੀਂ ਵਿਚਰ ਰਹੇ ਹਾਂ ਕਿ ਅੱਜ ਕੱਲ੍ਹ ਪੋਜ਼ਿਟਿਵਿਟੀ ਹੋਣਾ ਔਰ ਆਪਣੇ ਵਿੱਚ ਖੂਬੀਆਂ, ਟ੍ਰੇਟਸ ਜਾਂ ਟੈਲੈਂਟਸ ਦਾ ਪੂਰਾ ਭਰਪੂਰ ਫਾਇਦਾ ਉਠਾ ਕੇ ਤੇ ਪ੍ਰਾਪਤੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਕਿਉਂਕਿ ਜੋ ਲੋਕ ਜਾਂ ਉਹ ਪ੍ਰਾਣੀ ਜਿਹੜੇ ਕਿ ਪਿੱਛੇ ਰਹਿ ਜਾਂਦੇ ਹਨ, those who lag behind nobody cares for them। दुनिया जो है चलती का नाम गाड़ी है, जैसे कहते हैं ना, दुनिया ਉਹਨਾਂ ਦੇ ਨਾਲ ਹੈ, ਸੰਸਾਰ ਉਹਨਾਂ ਦੇ ਨਾਲ ਹੈ ਜੋ ਕਿ ਅੱਛੀ ਤਰ੍ਹਾਂ ਦੇ ਨਾਲ ਪੋਜ਼ਿਟਿਵ ਸੋਚ ਰੱਖਦੇ ਨੇ ਤੇ ਅੱਗੇ ਦੇ ਅੱਗੇ ਛੇਤੀ ਜਲਦੀ ਪ੍ਰਾਪਤੀਆਂ ਕਰਦੇ ਨੇ ਔਰ ਅੱਗੇ ਐਡਵਾਂਸਮੈਂਟ ਕਰਦੇ ਨੇ, ਵੱਧਦੇ ਨੇ। ਉਹਨਾਂ ਦੇ ਨਾਲ ਦੁਨੀਆ ਹੈ ਜੋ ਕਿ ਪਿੱਛੇ ਰਹਿ ਜਾਂਦੇ ਨੇ, those people who lag behind nobody cares for them। ਇਸ ਕਰਕੇ ਅਸੀਂ ਆਪਣੇ ਅੰਦਰ ਛੁਪੀਆਂ ਹੋਈਆਂ ਖੂਬੀਆਂ ਨੂੰ ਜ਼ਰੂਰ ਹੀ ਪਹਿਚਾਨਣਾ ਹੈ, ਤੇ ਉਹ ਕਿਵੇਂ ਪਛਾਣਿਆ ਜਾ ਸਕਦਾ ਹੈ ਤੇ ਫਿਰ ਕੀ ਕੁਝ ਕਰਨਾ ਹੈ, ਉਹਦੇ ਵਾਸਤੇ I have prepared a 5-point plan for that। ਪਰੰਤੂ ਉਹਨਾਂ ਨੂੰ ਅੱਗੇ ਜਾਣ ਦੀ ਤੋਂ ਪਹਿਲਾਂ ਇੱਕ ਗੁਜ਼ਾਰਿਸ਼ ਹੈ, there is a request from my part that you should subscribe my channel and also like this video and share it among the other people also। Now let us discuss in detail what are the things which we must keep in mind। Some points to accept yourself। अपने आप को प्रदान करने कुछ points की ने clearly understand the difference between confident and egoist। ਹੁਣ confident ਕੀ ਹੁੰਦਾ ਹੈ? confident ਉਹ ਹੁੰਦਾ ਹੈ ਜਿਸ ਨੂੰ ਕਿ ਆਤਮ ਵਿਸ਼ਵਾਸ ਹੋਵੇ, ਸੈਲਫ ਕੌਨਫੀਡੈਂਸ ਹੋਵੇ। ਇੱਕ confidence ਦੇ ਸਪੈਲਿੰਗ ਹੁੰਦੇ ਨੇ CONFIDENT, ਉਹਦਾ ਮਤਲਬ ਹੁੰਦਾ ਹੈ ਵਿਸ਼ਵਾਸ ਪਾਤਰ। ਪਰੰਤੂ ਜੇਕਰ E ਨਾਲ ਹੈਗਾ
ਤਾਂ ਇਹਦਾ ਮਤਲਬ ਹੈ ਕਿ ਜਿਸ ਨੂੰ ਕਿ ਆਪਣੇ ਆਪ ਤੇ ਵਿਸ਼ਵਾਸ ਹੋਵੇ। ਤੇ ਈਗੋਇਸਟ ਕੌਣ ਹੁੰਦਾ ਹੈ? ਈਗੋਇਸਟ ਉਹ ਹੁੰਦਾ ਹੈ ਜਿਸ ਦੇ ਵਿੱਚ ਕਿ ਹਉਮੈ ਜ਼ਿਆਦਾ ਹਾਵੀ ਹੋਵੇ। ਭਾਵ ਇਹ ਕਿ ਆਪਣੇ ਆਪ ਨੂੰ ਜ਼ਿਆਦਾ ਉਹ ਇੰਪੋਰਟੈਂਟ ਦੂਜਿਆਂ ਨਾਲੋਂ ਵੇਖਦਾ ਹੋਵੇ, ਉਸ ਨੂੰ ਈਗੋਇਸਟ ਕਹਿ ਦਿੰਦੇ ਨੇ। ਈਗੋਇਸਟ ਹਉਮੈਵਾਦੀ। ਤਾਂ ਸੈਲਫ ਕੌਨਫੀਡੈਂਸ ਇਜ਼ ਮੈਂਡੇਟਰੀ ਫॉर ਐਵਰੀਬਾਡੀ। ਹਰੇਕ ਦੇ ਵਾਸਤੇ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣਾ ਇਹ ਬਹੁਤ ਬਹੁਤ ਜ਼ਰੂਰੀ ਹੈ। ਔਰ ਸੈਲਫ ਕੌਨਫੀਡੈਂਸ ਤੋਂ ਬਿਨਾਂ ਪ੍ਰਾਪਤੀਆਂ ਨਹੀਂ ਹੋਇਆ ਕਰਦੀਆਂ। ਜਦੋਂ ਅਸੀਂ ਆਪਣੇ ਆਪ ਦੇ ਵਿੱਚ ਪੂਰਾ ਵਿਸ਼ਵਾਸ ਰੱਖਾਂਗੇ, ਉਹਦੇ ਅਕੋਰਡਿੰਗ ਵੈਨ ਵੀ ਵਿਲ ਗਿਵ ਆਵਰ 100%, ਉਸ ਵੇਲੇ ਸਾਡੀਆਂ ਪ੍ਰਾਪਤੀਆਂ ਹੋਣੀਆਂ ਨੇ। ਫੀਲਡ ਕੁਝ ਵੀ ਹੋਵੇ, ਉਹ ਕੋਈ ਬਿਜ਼ਨਸ ਹੋ ਸਕਦਾ ਹੈ, ਉਹ ਕੋਈ ਸਟੱਡੀ ਹੋ ਸਕਦਾ ਹੈ, ਉਹ ਕੋਈ ਕੰਪੀਟੀਟਿਵ ਟੈਸਟ ਹੋ ਸਕਦਾ ਹੈ, ਜਾਂ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਤੇ ਪ੍ਰਾਪਤੀਆਂ ਕਰਨ ਦਾ ਕੋਈ ਪ੍ਰੋਜੈਕਟ ਹੋ ਸਕਦਾ ਹੈ। ਇਸ ਕਰਕੇ ਕੌਨਫੀਡੈਂਟ ਹੋਣਾ, ਆਤਮ ਵਿਸ਼ਵਾਸੀ ਹੋਣਾ ਬਹੁਤ ਬਹੁਤ ਜ਼ਰੂਰੀ ਹੈ। ਪਰੰਤੂ ਕਈ ਵਾਰੀ ਜਦੋਂ ਕੋਈ ਆਤਮ ਵਿਸ਼ਵਾਸ ਦੇ ਨਾਲ ਗੱਲ ਕਰਦਾ ਨਾ, ਤੇ ਕਈ ਲੋਕ ਉਸ ਨੂੰ ਨੈਗੇਟਿਵਲੀ ਲੈ ਲੈਂਦੇ ਨੇ। ਕੁਝ ਲੋਕ ਉਸ ਨੂੰ ਹੋਰ ਤਰ੍ਹਾਂ ਲੈ ਲੈਂਦੇ ਨੇ ਕਿ ਇਹ ਜਿਹੜਾ ਬੰਦਾ ਜਿਹੜਾ ਹੈਗਾ ਨਾ, ਇਹ ਬਹੁਤ ਈਗੋਇਸਟ ਹੈ, ਮਤਲਬ ਕਿ ਹਉਮੈ ਬਹੁਤ ਹੈ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ। ਇਹ ਜਿਹੜੀ ਚੀਜ਼ ਹੈਗੀ ਹੈ ਨਾ, ਤੁਸੀਂ ਇਹਦੇ ਵਿੱਚ ਡਿਫਰੈਂਸ ਜੋ ਹੈ ਅੱਛੀ ਤਰ੍ਹਾਂ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਬਣਾ ਕੇ ਰੱਖਣਾ ਹੈ ਕਿ ਕੌਨਫੀਡੈਂਟ ਹੋਣਾ, ਆਤਮ ਵਿਸ਼ਵਾਸੀ ਹੋਣਾ ਤੇ ਅੱਛਾ ਹੈ, ਪਰ ਬਹੁਤ ਜ਼ਿਆਦਾ ਈਗੋਇਸਟ ਹੋਣਾ ਜਿਹੜਾ ਹੈ ਨਾ, ਉਹ ਗਲਤ ਹੈ। ਉਹਦੇ ਨਾਲ ਕੀ ਹੈ ਕਿ ਕਈ ਵਾਰੀ ਸੁਪੀਰੀਅਰਿਟੀ ਕੰਪਲੈਕਸ ਹੋ ਜਾਂਦਾ ਹੈ। ਤੇ ਸੁਪੀਰੀਅਰਿਟੀ, देयर आर टू टाइप ऑफ ਕੰਪਲੈਕਸਸ ਐਜ਼ ਯੂ ਨੋ। ਇੱਕ ਸੁਪੀਰੀਅਰਿਟੀ ਕੰਪਲੈਕਸ ਹੈ, ਇੱਕ ਇਨਫੀਰੀਅਰਿਟੀ ਕੰਪਲੈਕਸ ਹੈ। ਦੋਵੇਂ ਹੀ ਕੰਪਲੈਕਸ ਮਾੜੇ ਨੇ। ਔਰ ਜੋ ਸੁਪੀਰੀਅਰਿਟੀ ਕੰਪਲੈਕਸ ਹੈ, ਉਹਦੇ ਵਿੱਚ ਆਦਮੀ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਹੈ, ਮਤਲਬ ਕਿ ਉਹਨੂੰ ਨੌਲੇਜ ਜ਼ਿਆਦਾ ਹੈ, ਜਾਂ ਪੈਸਾ ਜ਼ਿਆਦਾ ਹੈ, ਜਾਂ ਫਿਰ ਵੈਸੇ ਪਾਵਰਫੁਲ ਹੈ ਬੋਡੀਲੀ, ਜਾਂ ਮਤਲਬ ਕਿ ਹੋਰ ਹੈਲਦੀ ਹੈ। ਤੇ ਉਸ ਤਰ੍ਹਾਂ ਦੇ ਮਤਲਬ ਕਿ ਜਿਹੜੀਆਂ ਸੁਪੀਰੀਅਰਿਟੀ ਕੰਪਲੈਕਸ ਹੈ ਉਹ ਵੀ ਮਾੜਾ ਹੈ, ਤੇ ਇਨਫੀਰੀਅਰਿਟੀ ਕੰਪਲੈਕਸ ਮੈਂ ਦੂਜੇ ਨਾਲ ਯਾਰ ਮਾੜਾ, ਫਿਜ਼ੀਕਲੀ ਮਾੜਾ ਹੈ, ਜਾਂ ਫਿਰ ਮੈਨੂੰ ਉਹਨਾਂ ਨੌਲੇਜ ਨਹੀਂ, ਜਾਂ ਮੇਰਾ ਦਿਮਾਗ ਉਹਨਾਂ ਨਹੀਂ ਕੰਮ ਕਰਦਾ, ਉਹਨਾਂ ਸ਼ਾਰਪ ਨਹੀਂ ਹੈ ਜਿੰਨਾ ਕਿ ਦੂਜਿਆਂ ਦਾ। ਇਹ ਸਾਰੀਆਂ ਚੀਜ਼ਾਂ ਇਨਫੀਰੀਅਰਿਟੀ ਕੰਪਲੈਕਸ ਆਉਂਦੀਆਂ ਨੇ। ਇਨਫੀਰੀਅਰਿਟੀ ਕੰਪਲੈਕਸ ਤਾਂ ਹੋਰ ਵੀ ਮਾੜਾ ਹੈ, ਇਹ ਤਾਂ ਬਹੁਤ ਜ਼ਿਆਦਾ ਮਾੜਾ ਹੈ। ਇਹ ਤੋਂ ਬਚਣ ਦੀ ਜ਼ਰੂਰਤ ਹੈ ਅੱਜ ਦੇ ਵਕਤ ਦੇ ਵਿੱਚ। ਇਸ ਕਰਕੇ ਇਸ ਤਰ੍ਹਾਂ ਮਤਲਬ ਕਿ ਕੌਨਫੀਡੈਂਟ ਤੇ ਈਗੋਇਸਟ ਦੇ ਵਿੱਚ ਫਰਕ ਸਮਝਦੇ ਹੋਏ ਸਾਨੂੰ ਆਪਣੇ ਆਪ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਹਦੇ ਵਿੱਚ ਜਿਹੜੇ ਗੁੱਡ ਟ੍ਰੇਟਸ ਨੇ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸੈਕੰਡਲੀ, ਐਕਸਪਲੋਰ ਯੋਰਸੈਲਫ। ਇਹਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਆਪਣੇ ਵਿੱਚ ਜੋ ਖੂਬੀਆਂ ਹਨ, ਪਰਮਾਤਮਾ ਨੇ ਕਿਸੇ ਆਦਮੀ ਨੂੰ ਵੀ ਐਸਾ ਨਹੀਂ ਬਣਾਇਆ ਕਿ ਜਿਹਦੇ ਵਿੱਚ ਸਭ ਗੁਣ ਹੀ ਗੁਣ ਹੋਣ ਤੇ ਔਗਣ ਕੋਈ ਨਾ ਹੋਵੇ। ਔਗਣ ਵੀ ਜ਼ਰੂਰ ਹੁੰਦੇ ਨੇ। ਤੁਸੀਂ ਸ਼ੇਕਸਪੀਅਰ ਦੇ ਜਿੰਨੇ ਵੀ ਪਲੇ ਪੜ੍ਹਦੇ ਹੋ ਨਾ, ਐਮਏ ਕਲਾਸਾਂ ਦੇ ਵਿੱਚ, ਬੀਏ ਕਲਾਸਾਂ ਦੇ ਵਿੱਚ, ਉਹਦੇ ਵਿੱਚ ਜਿਹੜਾ ਵੀ ਹੀਰੋ ਹੁੰਦਾ ਹੈ, ਉਹਦੇ ਵਿੱਚ ਇੱਕ ਟ੍ਰੈਜਿਕ ਫਲਾ ਜ਼ਰੂਰ ਦਿਖਾਇਆ ਹੁੰਦਾ ਹੈ, ਡਰਾਬੈਕ ਫਲਾ ਜ਼ਰੂਰ ਦਿਖਾਇਆ ਹੁੰਦਾ ਹੈ, ਜਿਸ ਕਰਕੇ ਕਿ ਕਈ ਵਾਰੀ ਉਹਦੇ ਡਾਊਨਫਾਲ ਆਉਣ ਦਾ ਕਾਰਨ ਵੀ ਉਹ ਬਣਦਾ ਹੈ। ਤੇ ਪਰੰਤੂ ਇਹ ਵੀ ਚੀਜ਼ ਹੈਗੀ ਹੈ ਕਿ ਕੋਈ ਵੀ ਆਦਮੀ ਐਸਾ ਵੀ ਨਹੀਂ ਹੈ ਕਿ ਜਿਹਦੇ ਵਿੱਚ ਔਗਣ ਹੀ ਔਗਣ ਹੋਣ ਤੇ ਉਹਦੇ ਵਿੱਚ ਕੋਈ ਅੱਛੀ ਚੀਜ਼ ਨਾ ਹੋਵੇ। ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੁਛ ਨਾ ਕੁਛ ਖੂਬੀਆਂ ਜ਼ਰੂਰ ਹੁੰਦੀਆਂ ਨੇ, ਟੈਲੈਂਟਸ ਜ਼ਰੂਰ ਹੁੰਦੇ ਨੇ, ਚੰਗੀਆਂ ਗੱਲਾਂ ਜ਼ਰੂਰ ਹੁੰਦੀਆਂ ਨੇ। ਪਰੰਤੂ ਚਲੋ ਉਹਨਾਂ ਦੀ ਗੱਲ ਛੱਡੋ, ਆਪਾਂ ਆਪਣੇ ਆਪ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਹਨ, ਜਿਹੜੀਆਂ ਚੰਗੀਆਂ ਕੁਆਲਿਟੀਜ਼ ਹਨ, ਟੈਲੈਂਟਸ ਹਨ, ਜਾਂ ਫਿਰ ਟ੍ਰੇਟਸ ਹਨ, ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਤੇ ਉਹਦੇ ਤੋਂ ਮੈਕਸਿਮਮ ਫਾਇਦਾ ਉਠਾਉਣਾ ਹੈ। ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਜ ਦੇ ਚੇਂਜ ਸਿਨੈਰੀਓ ਦੇ ਵਿੱਚ ਆਪਾਂ ਨੂੰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਦੈਟ ਇਜ਼ ਵੈਰੀ ਡਿਫਿਕਲਟ ਵਨ। ਪਰ ਜੇਕਰ ਸਾਡੇ ਵਿੱਚ ਹਿੰਮਤ ਹੋਏਗੀ, ਜੇਕਰ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਔਰ ਫਾਇਦਾ ਉਠਾਵਾਂਗੇ ਆਪਣੇ ਵਿੱਚ ਮੌਜੂਦ ਖੂਬੀਆਂ ਦਾ, ਤੇ definitely we will reach our destination sooner or later. Third है, do not start any work or project half-heartedly. कई बारी ਅਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਜਾਂ ਕੋਈ ਨਵਾਂ ਕੰਮ ਕਰਦੇ ਹਾਂ, ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ, ਤਾਂ ਉਸ ਦੇ ਵਿੱਚ ਕਈ ਵਾਰੀ ਅਸੀਂ ਨਾ ਅੱਧੇ ਅਧੂਰੇ ਮਨ ਦੇ ਨਾਲ ਹੀ ਉਸ ਨੂੰ ਸਟਾਰਟ ਕਰਦੇ ਹਾਂ ਜਾਂ ਉਸ ਨੂੰ ਪ੍ਰੋਸੀਡ ਅੱਗੇ ਕਰਦੇ ਹਾਂ। ਤਾਂ ਜਿਵੇਂ ਕਿ ਤੁਸੀਂ ਸੁਣਿਆ ਹੈ, well begun is half done। ਜੇਕਰ ਸ਼ੁਰੂਆਤ ਅੱਛੀ ਹੋਵੇ ਤੇ ਅੱਧੀ ਪ੍ਰਾਪਤੀ ਤੇ ਪਹਿਲਾਂ ਹੀ ਹੋ ਜਾਂਦੀ ਹੈ। ਪਰੰਤੂ ਜੇਕਰ ਹਾਫ-ਹਾਰਟedly ਕੋਈ ਸ਼ੁਰੂ ਕੰਮ ਕੀਤਾ ਜਾਵੇ ਤੇ ਫਿਰ ਉਹਦੇ ਨਾਲ ਕੀ ਹੈ ਕਿ ਵੀ ਅਨਏਬਲ ਟੂ ਗਿਵ ਓਵਰ 100%। ਤੇ ਉਹਦੇ ਨਾਲ ਕੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਫਾਰਮੂਲਾ ਇਨਪੁਟ ਇਜ਼ ਇਕੁਅਲ ਟੂ ਆਊਟਪੁੱਟ। ਜੇ ਇਨਪੁਟ ਹੀ ਘੱਟ ਹੈ ਤੇ ਆਊਟਪੁੱਟ ਤੇ ਫਿਰ ਨੈਚੁਰਲੀ ਉਹ ਘਟੇਗੀ। ਇਸ ਕਰਕੇ ਜੋ ਹੈ ਆਪਾਂ ਨੂੰ ਹਾਫ-ਹਾਰਟedly ਨਹੀਂ ਬਲਕਿ 100% ਮਨ ਦੇ ਨਾਲ, ਆਪਣੀਆਂ ਪਰਸੀਵੀਰੈਂਸ ਨਾਲ, ਐਫਰਟਸ ਦੇ ਨਾਲ
कोई भी काम शुरू भी करना चाहिए तो उसको कंटिन्यूसली जारी भी रखना चाहिए टिल वी रीच एट द एंड ऑफ आवर डेस्टिनेशन। फिर है नेक्स्ट है डू नॉट कंपेयर द अचीवमेंट्स ऑफ द अदर पीपल विद योर ओन। कई लोग की ਹੁੰਦੇ ਨੇ ਕਿ ਉਹ ਸੋਚੀ ਜਾਂਦੇ ਨੇ ਕਿ ਗੁਆਂਢੀਆਂ ਦੇ ਕੋਲ ਇੰਨਾ ਕੁਛ ਹੈ, ਉਹਨਾਂ ਕੋਲ ਵੱਡੀ ਗੱਡੀ ਹੈ, ਉਹਨਾਂ ਦੀ ਕੋਠੀ ਬੜੀ ਵੱਡੀ ਹੈ, ਸਾਡੇ ਰਿਸ਼ਤੇਦਾਰਾਂ ਦੇ ਕੋਲ ਉਹ ਵੇਖੋ ਕੀ ਕੁਛ ਕਿੰਨਾ ਕੁਛ ਹੈਗਾ, ਸਾਡੇ ਕੋਲ ਘੱਟ ਹੈ। ਉਹਦੇ ਨਾਲ ਕੀ ਹੁੰਦਾ ਹੈ, ਇੱਕ ਤੇ ਜੈਲਸੀ ਦੀ ਭਾਵਨਾ ਪੈਦਾ ਹੁੰਦੀ ਹੈ। ਸੈਕੰਡਲੀ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਜਦੋਂ ਕੋਈ ਬੰਦਾ ਸੋਚਦਾ ਹੈ ਨਾ, ਨੈਗੇਟਿਵਿਟੀ ਨੇਚਰ ਦੀ ਉਹਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਕਰਕੇ ਤੇ ਮੈਂ ਇਸ ਦਾ ਤੁਹਾਨੂੰ ਪ੍ਰਵਰਗ ਦਾ ਇਸ ਪ੍ਰਵਰਗ ਦਾ ਹਵਾਲਾ ਦਿੱਤਾ ਹੈ ਕਿ grass is always green on the other side of the fence। ਜਦੋਂ ਐਸਾ ਸਾਡਾ ਨਜ਼ਰੀਆ ਹੋ ਜਾਵੇ, ਐਟੀਟਿਊਡ ਹੋ ਜਾਵੇ, ਜਾਂ ਕਿ ਅਸੀਂ ਦੂਜਿਆਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦਾ ਜ਼ਿਆਦਾ ਧਿਆਨ ਦਈਏ, ਉਹਨਾਂ ਦੀ ਆਪਣੇ ਦਿਮਾਗ ਦੇ ਵਿੱਚ ਜ਼ਿਆਦਾ ਅਹਿਮੀਅਤ ਸਮਝੀਏ ਤੇ ਆਪਣੇ ਕੋਲ ਜੋ ਕੁਛ ਹੈ ਉਸ ਨੂੰ ਅਸੀਂ ਨਿਗੁਣਾ ਸਮਝੀਏ, ਤੇ ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਨੈਗੇਟਿਵਿਟੀ ਆਉਂਦੀ ਹੈ। ਤੇ ਨੈਗੇਟਿਵਿਟੀ ਜੋ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਮਾੜੀ ਹੈ। ਔਰ ਨੈਗੇਟਿਵਿਟੀ ਜਦੋਂ ਕਿਸੇ ਬੰਦੇ ਦੇ ਵਿੱਚ ਪੈਦਾ ਹੋ ਜਾਵੇ, ਹੌਲੀ ਹੌਲੀ ਇਹ ਕਿਸੇ ਲੈਵਲ ਤੇ ਵੱਧਦੀ ਫਿਰ ਜਿਹੜੀ ਹੈ ਡਿਪਰੈਸ਼ਨ ਵੱਲ ਲੱਗ ਜਾਂਦੀ ਹੈ। ਇਸ ਕਰਕੇ ਅੱਜ ਦੇ ਵਕਤ ਦੇ ਵਿੱਚ ਇਹਦੇ ਤੋਂ ਬਚਣਾ ਬਹੁਤ ਬਹੁਤ ਜ਼ਰੂਰੀ ਹੈ। ਫਿਰ ਲਾਸਟ ਪੁਆਇੰਟ ਹੈ ਹੋਪ ਫॉर द बेस्ट एंड बी ऑप्टिमिस्टिक। हमेशा आशावादी बने रहो। और ਇਹ ਤੁਸੀਂ ਜ਼ਰੂਰ ਕਿਤੇ ਨਾ ਕਿਤੇ ਪੜਿਆ ਹੋਵੇਗਾ ਹੋਪ ਅਗੇਂਸਟ ਹੋਪ ਇੱਕ ਇਡੀਅਮ ਹੈ। ਇਹ ਹੋਪ ਅਗੇਂਸਟ ਹੋਪ ਦਾ ਮਤਲਬ ਹੈ ਕਿ ਭਾਵੇਂ ਫੇਲਰਸ ਵੀ ਹੋ ਜਾਣ, ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਅਸੀਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਬਿਜ਼ਨਸ ਹੋ ਸਕਦਾ ਹੈ, ਸਟੱਡੀ ਹੋ ਸਕਦਾ ਹੈ, ਕੋਈ ਹੋਰ ਪ੍ਰੋਜੈਕਟ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ ਕਿ ਉਹ ਸਾਨੂੰ ਫਟਾਫਟ ਪ੍ਰਾਪਤੀਆਂ ਹੋ ਜਾਣ। ਉਹਦੇ ਵਿੱਚ there are so many hurdles, there are so many hazards, there are so many obstacles, ਤੇ ਉਹਨਾਂ ਤੇ ਓਵਰਕਮ ਕਰਨਾ, ਉਹਨਾਂ ਤੇ ਕਾਬੂ ਪਾਉਣਾ ਇਹ ਬਹੁਤ ਬਹੁਤ ਜ਼ਰੂਰੀ ਹੁੰਦਾ ਹੈ। ਉਹਦੇ ਵਾਸਤੇ ਪਰਸੀਵੀਰੈਂਸ ਵੀ ਚਾਹੀਦੀ ਹੈ, ਉਹਦੇ ਵਾਸਤੇ ਡਿਟਰਮੀਨੇਸ਼ਨ ਵੀ ਚਾਹੀਦਾ ਹੈ, ਉਹਦੇ ਵਾਸਤੇ ਸਾਡੀਆਂ ਐਫਰਟਸ, ਹਾਰਡ ਵਰਕ, ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਤੇ ਫਿਰ ਵੀ ਕਈ ਵਾਰੀ ਫੇਲਰ ਹੁੰਦੀ ਵੀ ਹੈ ਤਾਂ ਉਹਦੇ ਵਾਸਤੇ ਹੋਪ ਅਗੇਂਸਟ ਹੋਪ ਕਿ ਜੇਕਰ ਕੋਈ ਨਿਰਾਸ਼ਾ ਹੋਈ ਵੀ ਹੈ, ਪ੍ਰਾਪਤੀ ਨਹੀਂ ਹੋਈ, ਫਿਰ ਵੀ ਹੋਰ ਹੋਪ ਰੱਖੋ ਕਿ ਨੈਕਸਟ ਟਾਈਮ ਇਟ ਵਿਲ ਬੀ ਇੰਪਰੂਵ, ਨੈਕਸਟ ਟਾਈਮ ਆਈ ਵਿਲ ਬੀ ਏਬਲ ਟੂ ਡੂ ਫੇਅਰਲੀ ਵੈਲ। ਇਸ ਤਰ੍ਹਾਂ ਦੀ ਭਾਵਨਾ ਜਦੋਂ ਲੈ ਕੇ ਚੱਲਾਂਗੇ ਤੇ ਨੈਚੁਰਲੀ ਅਸੀਂ ਕਾਮਯਾਬ ਹੋਵਾਂਗੇ। ਔਰ ਲਾਸਟ ਦੇ ਵਿੱਚ ਤੁਹਾਨੂੰ ਮੈਂ ਰਿਮਾਈਂਡ ਕਰਾਵਾਂਗਾ ਵਾਰ-ਵਾਰ ਇੱਕ ਪ੍ਰਵਰਗ ਜੋ ਹੈ ਕਿ ਰੋਮ ਵਾਸ ਨਾਟ ਬਿਲਟ ਇਨ ਅ ਡੇ। ਹਥੇਲੀ ਦੇ ਉੱਤੇ ਕਦੇ ਵੀ ਸਰਸੋਂ ਨਹੀਂ ਜੰਮਿਆ ਕਰਦੀ। ਭਾਵ ਇਹਦਾ ਕੀ ਹੈ, ਇਹਦਾ ਭਾਵ ਇਹ ਹੈ ਕਿ ਜਿਹੜੀਆਂ ਪ੍ਰਾਪਤੀਆਂ ਨੇ ਉਹ ਇਮੀਡੀਏਟਲੀ ਨਹੀਂ ਹੁੰਦੀਆਂ। ਕੋਈ ਵੀ ਸਾਨੂੰ ਪਲੇਟ ਦੇ ਵਿੱਚ ਪਰੋਸ ਕੇ ਤੇ ਸਾਡੀਆਂ ਪ੍ਰਾਪਤੀਆਂ ਜਾਂ ਚੀਜ਼ਾਂ ਜਾਂ ਅਚੀਵਮੈਂਟਸ ਜਾਂ ਕੋਈ ਹੋਰ ਉਹ ਨਹੀਂ ਦਿਆ ਕਰਦਾ। ਅੱਜ ਦੇ ਵਕਤ ਦੇ ਵਿੱਚ we have to snatch the opportunity, we have to snatch the chances in order to get success in the competitive world। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਕਰਦੇ ਹੋਏ ਸਾਨੂੰ ਆਪਣੇ ਵਿੱਚ ਜਿਹੜੀਆਂ ਖੂਬੀਆਂ ਨੇ ਉਹਨਾਂ ਨੂੰ ਪ੍ਰਵਾਨ ਵੀ ਕਰਨਾ ਚਾਹੀਦਾ ਹੈ, ਉਹਨਾਂ ਨੂੰ ਮੈਕਸਿਮਮ ਫਾਇਦਾ ਉਠਾ ਕੇ ਤੇ ਪ੍ਰਾਪਤੀਆਂ ਵੱਲ ਵਧਣੇ ਚਾਹੀਦਾ ਹੈ। ਇਸ ਤਰ੍ਹਾਂ ਨਾਲ ਅਸੀਂ ਬਹੁਤ ਕੁਝ ਪਾ ਸਕਦੇ ਹਾਂ ਔਰ ਅੱਜ ਦੇ ਚੇਂਜ ਸਿਨੈਰੀਓ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ। ਐਂਡ ਇਨ ਦਾ ਐਂਡ ਦੇयर इज अगेन अ रिक्वेस्ट, गुजारिश एक बार फिर है कि प्लीज you should subscribe my channel and also like this video. Thank you very much. Good luck to all of you.